ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਵਾਰਤਕ ਲੇਖ ਮੁੜ ਵੇਖਿਆ ਪਿੰਡ ਪੜਾਂਗੇ। ਇਹ ਜਿਹੜਾ ਆਪਣੇ ਲੇਖ ਹੈ ਇਹ ਬਲਰਾਜ ਸਾਹਨੀ ਦਾ ਲਿਖਿਆ ਹੋਇਆ ਹੈ। ਆਪਣੀ ਪਾਠ ਪੁਸਤਕ ਨੂੰ ਸਾਹਿਤਮਾਲਾ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ। ਇਹਦੇ 2 ਭਾਗਾਂ ਦੇ ਵਿੱਚ ਪਹਿਲਾ ਭਾਗ ਹੈ ਜਿਹੜਾ ਉਹ ਹੈ ਕਵਿਤਾ ਨਾਲ ਸੰਬੰਧਿਤ ਤੇ ਦੂਸਰਾ ਭਾਗ ਹੈ ਜਿਹੜਾ ਉਹਦਾ ਸੰਬੰਧ ਵਾਰਤਕ ਲੇਖਾਂ ਦੇ ਨਾਲ ਹੈ। ਵਾਰਤਕ ਪੰਜਾਬੀ ਸਾਹਿਤ ਦਾ ਹਿੱਸਾ ਹੈ। ਇਹਨਾਂ ਨੂੰ ਅਸੀਂ ਲੇਖ ਭਾਵ ਤਰਕ ਹੈ ਜਿਹੜਾ ਉਸ ਦੇ ਬਾਰੇ ਜਦੋਂ ਗੱਲ ਕਰਨੀ ਹੈ ਤਾਂ ਇਸ ਸਾਹਿਤ ਰੂਪ ਦੀ ਵਰਤੋਂ ਹੁੰਦੀ ਹੈ। ਜਿਹੜੇ ਆਪਣੇ ਦੂਜੇ ਸਾਹਿਤ ਰੂਪ ਨੇ ਜਿਵੇਂ ਕਵਿਤਾ ਹੈ, ਨਾਵਲ ਹੈ, ਕਹਾਣੀ ਹੈ, ਇਹਨਾਂ ਦੇ ਵਿੱਚ ਕਲਪਨਾ ਦਾ ਅੰਸ਼ ਹੈ ਜਿਹੜਾ ਉਹ ਕਾਫੀ ਜ਼ਿਆਦਾ ਹੁੰਦਾ। ਤਾਂ ਲੇਖਕ ਹੈ ਜਿਹੜਾ ਕਵੀ ਹੈ ਜਾਂ ਕਹਾਣੀਕਾਰ ਹੈ ਉਹ ਕਲਪਨਾ ਦੀ ਸਹਾਇਤਾ ਦੇ ਨਾਲ ਆਪਣੇ ਪਾਠਕਾਂ ਨੂੰ ਕਹਾਣੀ ਰਸ ਜਾਂ ਕਾਵ ਰਸ ਪ੍ਰਦਾਨ ਕਰਦਾ ਹੈ, ਉਹਨਾਂ ਨੂੰ ਮਨੋਰੰਜਨ ਵੀ ਦਿੰਦਾ ਹੈ ਤੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਦਾ ਹੈ। ਉਹਨਾਂ ਦੀਆਂ ਸਾਹਿਤਕ ਰੁਚੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਹੁਲਾਰਾ ਦਿੰਦਾ ਹੈ। ਇਹਨਾਂ ਸਾਹਿਤ ਰੂਪਾਂ ਦੇ ਵਿੱਚ ਅਸੀਂ ਕਿਸੇ ਇੱਕ ਘੜੀ, ਕਿਸੇ ਇੱਕ ਪਲ ਜਾਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਇੱਕ ਘਟਨਾ ਦਾ ਵਰਣਨ ਹੈ ਜਿਹੜਾ ਉਹ ਕੀਤਾ ਹੋਇਆ ਦੇਖਦੇ ਹਾਂ। ਇਹ ਜਦੋਂ ਅਸੀਂ ਕਿਸੇ ਕੰਮ ਦਾ ਵਰਣਨ, ਘਟਨਾ ਦਾ ਵਰਣਨ ਕੀਤਾ ਹੋਇਆ ਦੇਖਦੇ ਹਾਂ ਤਾਂ ਇਹ ਕਾਫੀ ਜ਼ਿਆਦਾ ਸਮਾਂ ਲੈਂਦਾ ਹੈ, ਕਾਫੀ ਲੰਬਾ ਹੋ ਜਾਂਦਾ ਹੈ। ਭਾਵ ਜੇਕਰ ਨਾਵਲ ਹੈ ਤਾਂ ਨਾਵਲ ਦੇ ਵਿੱਚ ਅਸੀਂ ਇੱਕ ਘਟਨਾ ਦਾ ਵਰਣਨ ਕਰਨਾ ਹੈ ਤਾਂ ਨਾਵਲ ਕਾਫੀ ਜ਼ਿਆਦਾ ਜਗ੍ਹਾ ਲਵੇਗਾ। ਪਰ ਜੇ ਉਹੀ ਘਟਨਾ ਅਸੀਂ ਤਰਕ ਦੀ ਸਹਾਇਤਾ ਦੇ ਨਾਲ, ਜਿਸ ਦੇ ਵਿੱਚ ਕਲਪਨਾ ਇੰਨੀ ਜ਼ਿਆਦਾ ਨਹੀਂ ਹੁੰਦੀ, ਉਹਦੀ ਸਹਾਇਤਾ ਦੇ ਨਾਲ ਵਰਣਨ ਕਰਦੇ ਹਾਂ ਤਾਂ ਫਿਰ ਉਹ ਸਾਰਾ ਵੇਰਵਾ ਜਿਹੜਾ ਉਹ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਖਤਮ ਹੋ ਜਾਂਦਾ, ਕਿਉਂਕਿ ਅਸੀਂ ਆਪਣੀ ਬੁੱਧੀ ਹੈ ਜਿਹੜੀ ਉਸਦੀ ਇਸ ਸਾਹਿਤ ਰੂਪ ਦੇ ਵਿੱਚ ਵਰਤੋਂ ਜ਼ਿਆਦਾ ਕਰਦੇ ਹਾਂ। ਤਾਂ ਜੋ ਅਸੀਂ ਨਾਵਲ ਦੇ ਵਿੱਚ 100-150 ਸਫ਼ੇ ਦੇ ਵਿੱਚ ਦੱਸਣਾ ਉਹ ਅਸੀਂ ਇੱਥੇ ਬਹੁਤ ਥੋੜ੍ਹੇ ਸਫ਼ਿਆਂ ਦੇ ਵਿੱਚ 10-12 ਸਫ਼ਿਆਂ ਦੇ ਵਿੱਚ ਦੱਸ ਸਕਦੇ ਹਾਂ। ਤਾਂ ਵਾਰਤਕ ਹੈ ਜਿਹੜਾ ਇਹ ਪੰਜਾਬੀ ਸਾਹਿਤ ਦਾ ਬਹੁਤਾ ਪੁਰਾਣਾ ਰੂਪ ਨਹੀਂ ਹੈ, ਇਹਨੂੰ ਅਸੀਂ ਨਵਾਂ ਰੂਪ ਹੀ ਆਖਦੇ ਹਾਂ। ਅਸਲ ਦੇ ਵਿੱਚ ਜਦੋਂ ਤੋਂ ਅੰਗਰੇਜ਼ ਹੈ ਜਿਹੜੇ ਉਹਨਾਂ ਨੇ ਭਾਰਤ ਦੇ ਉੱਤੇ ਕਬਜ਼ਾ ਕੀਤਾ ਤਾਂ ਉਸ ਸਮੇਂ ਤਕਰੀਬਨ ਇਹ ਜਿਹੜਾ ਹੈ ਸ਼ੁਰੂ ਹੋਇਆ ਸਾਡਾ ਸਾਹਿਤ ਰੂਪ। ਤਾਂ ਪੰਜਾਬੀ ਦੇ ਵਿੱਚ ਵੀ ਛੋਟੇ-ਛੋਟੇ ਲੇਖ ਹੈ ਜਿਹੜੇ ਉਹ ਲਿਖੇ ਜਾਣ ਲੱਗ ਪਏ। ਪਹਿਲਾ ਮਕਸਦ ਹੈ ਜਿਹੜਾ ਉਹ ਪੰਜਾਬੀਆਂ ਨੂੰ ਅੰਗਰੇਜ਼ੀ ਦੇ ਪ੍ਰਭਾਵ ਤੋਂ ਮੁਕਤ ਕਰਵਾਉਣਾ ਸੀ। ਉਸ ਸਮੇਂ ਪੰਜਾਬੀ ਦੇ ਉੱਤੇ ਪ੍ਰਭਾਵ ਹੈ ਜਿਹੜਾ ਉਹ ਮਿਸ਼ਨਰੀ ਬਹੁਤ ਜ਼ਿਆਦਾ ਪੈ ਰਿਹਾ ਸੀ। ਅੰਗਰੇਜ਼ ਆਪਣੇ ਨਾਲ ਇਹ ਵੀ ਮੁਹਿੰਮ ਲੈ ਕੇ ਆਏ ਸੀ ਕਿ ਆਪਣੇ ਨਾਲ ਦੇ ਜਿਹੜੇ ਭਾਰਤ ਵਾਸੀ ਹੈ ਉਹਨਾਂ ਦੇ ਉੱਤੇ ਅੰਗਰੇਜ਼ਾਂ ਦੀ ਰਹਿਣੀ ਸਹਿਣੀ ਤੇ ਉਹਨਾਂ ਦੇ ਧਰਮ ਦਾ ਪ੍ਰਭਾਵ ਵੀ ਪਵੇ। ਤਾਂ ਸਾਡੇ ਕੁਝ ਸੁਚੇਤ ਜਿਹੜੇ ਲੇਖਕ ਸੀ, ਬੁੱਧੀਜੀਵੀ ਵਿਦਵਾਨ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਲੋਕਾਂ ਦੀ ਸੋਚਣੀ ਹੈ ਜਿਹੜੀ ਉਹ ਉਸ ਤਰ੍ਹਾਂ ਧਾਰਮਿਕ ਪੱਖੋਂ ਨਾ ਹੋ ਜਾਵੇ, ਅੰਗਰੇਜ਼ਾਂ ਦੇ ਨਾਲ ਨਾ ਰਲ ਜਾਵੇ। ਤਾਂ ਉਹਨਾਂ ਨੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਛੋਟੇ-ਛੋਟੇ ਲੇਖ ਹੈ ਜਿਹੜੇ ਉਹ ਲਿਖਣੇ ਸ਼ੁਰੂ ਕੀਤੇ। ਇਹਨਾਂ ਲੇਖਾਂ ਦੇ ਵਿੱਚ ਉਹਨਾਂ ਨੇ ਜ਼ਿਆਦਾ ਆਪਣੇ ਧਰਮ ਦੀ ਗੱਲ ਕੀਤੀ, ਧਰਮ ਦੀ ਰੱਖਿਆ ਦੀ ਗੱਲ ਕੀਤੀ। ਤਾਂ ਉਦੋਂ ਤੋਂ ਹੀ ਲਗਭਗ ਪੰਜਾਬੀ ਦੇ ਵਿੱਚ ਇਹ ਲੇਖ ਲਿਖਣੇ ਸ਼ੁਰੂ ਹੋਏ
ਤਾਂ ਸ਼ੁਰੂ ਦੇ ਵਿੱਚ ਜਿਹੜੇ ਲੇਖ ਲਿਖੇ ਜਾਂਦੇ ਸੀ, ਉਸ ਸਮੇਂ ਵਾਰਤਕ ਲਿਖੀ ਜਾਂਦੀ ਸੀ, ਉਸ ਦਾ ਰੂਪ ਹੈ ਜਿਹੜਾ ਉਹ ਅੱਜ ਵਾਲੀ ਪੰਜਾਬੀ ਵਾਲਾ ਨਹੀਂ ਸੀ। ਤਾਂ ਆਮ ਤੌਰ ਤੇ ਇਹ ਜਿਹੜੀ ਸਾਨੂੰ ਵਾਰਤਕ ਪਹਿਲਾ ਰੂਪ ਮਿਲਦਾ ਹੈ, ਉਹ 16ਵੀਂ ਸਦੀ ਦੇ ਪਹਿਲੇ ਅੱਧ ਤੋਂ 19ਵੀਂ ਸਦੀ ਦੇ ਅੱਧ ਤੱਕ ਹੈ, ਜਿਹੜੀ ਸਾਖੀਆਂ ਦੇ ਰੂਪ ਦੇ ਵਿੱਚ ਹੈ। ਤੁਹਾਡੀ ਇਸ ਪਾਠ ਪੁਸਤਕ ਦੇ ਵਿੱਚ ਵੀ ਪਹਿਲਾ ਵਾਰਤਕ ਲੇਖ ਹੈ ਜਿਹੜਾ ਉਹ ਪੁਰਾਤਨ ਜਨਮ ਸਾਖੀ ਤੋਂ ਚੱਕਿਆ ਗਿਆ, ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਤਾਂ ਉਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਉਹ ਲਿਖੀਆਂ ਗਈਆਂ। ਉਸ ਤੋਂ ਇਲਾਵਾ ਕੁਝ ਗੁਰਬਾਣੀ ਦੇ ਭਾਗਾਂ ਦੇ ਟੀਕੇ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਸ ਬਾਰੇ ਜ਼ਿਆਦਾ ਵਾਰਤਕ ਲੇਖ ਲਿਖੇ ਗਏ। 19ਵੀਂ ਸਦੀ ਦੇ ਦੂਜੇ ਅੱਧ ਤੋਂ 20ਵੀਂ ਸਦੀ ਦੇ ਪਹਿਲੇ 2-3 ਦਹਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਵਾਰਤਕ ਰਚਨਾ ਹੋਈ। ਇਹ ਵਾਰਤਕ ਰਚਨਾ ਵੀ ਜ਼ਿਆਦਾ ਸਿੱਖ ਧਰਮ ਨਾਲ ਸੰਬੰਧਿਤ ਹੀ ਸੀ, ਜਿਹਦੇ ਪ੍ਰਮੁੱਖ ਜਿਹੜੇ ਵਾਰਤਕਕਾਰ ਹੈ ਉਹ ਗਿਆਨੀ ਗਿਆਨ ਸਿੰਘ, ਭਾਈ ਦਿੱਤ ਸਿੰਘ ਸੀਗੇ। ਇਹਨਾਂ ਨੇ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਕੀਤੀ ਲੇਖ ਲਿਖਣ ਦੀ, ਪੰਜਾਬੀ ਦੇ ਵਿੱਚ ਵਾਰਤਕ ਲਿਖਣ ਦੀ। ਤਾਂ ਬੱਚਿਓ, ਉਸ ਸਮੇਂ ਅੰਗਰੇਜ਼ ਹੈ ਜਿਹੜੇ, ਉਹਨਾਂ ਨੂੰ ਵੀ ਲੋੜ ਸੀ ਕਿ ਉਹ ਪੰਜਾਬੀ ਭਾਸ਼ਾ ਦੇ ਰਾਹੀਂ ਪੰਜਾਬ ਦੇ ਲੋਕਾਂ ਦੇ ਸੱਭਿਆਚਾਰ ਨੂੰ ਜਾਣ ਸਕਣ, ਉਹਨਾਂ ਦੀ ਰਹਿਣੀ ਸਹਿਣੀ ਨੂੰ ਜਾਣ ਸਕਣ। ਤਾਂ ਇਸ ਤਰ੍ਹਾਂ ਉਹਨਾਂ ਨੂੰ ਵੀ ਮਦਦ ਦੇਣ ਦੇ ਲਈ ਕੁਝ ਉਸ ਸਮੇਂ ਵਿਦਵਾਨਾਂ ਨੇ ਲੇਖ ਲਿਖਣੇ ਸ਼ੁਰੂ ਕੀਤੇ, ਜਿਨ੍ਹਾਂ ਦੇ ਵਿੱਚੋਂ ਅਸੀਂ ਪਹਿਲਾਂ ਵਾਲੇ ਲੇਖਾਂ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਉਹ ਮਹਾਨ ਵਿਅਕਤੀ ਹੈ ਜਿਹੜੇ ਬਿਹਾਰੀ ਲਾਲਪੁਰੀ ਜਾਂ ਸ਼ਰਧਾ ਰਾਮ ਫਲੋਰੀ ਵਿਸ਼ੇਸ਼ ਕਰਕੇ ਨੇ। ਲਾਲ ਸਿੰਘ ਕਮਲਾ ਅਕਾਲੀ ਦਾ ਨਾਂ ਵੀ ਵਾਰਤਕ ਦੇ ਖੇਤਰ ਦੇ ਵਿੱਚ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਤਾਂ ਸੂਬਾ ਸਿੰਘ ਹੈ ਜਿਹੜੇ, ਉਹਨਾਂ ਦਾ ਹਾਸ ਰਸ ਭਰੇ ਜਿਹੜੇ ਵਾਰਤਕ ਲੇਖ ਹੈ ਉਹ ਪਾਠਕਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਰਹੇ ਹੈ। ਇਹਨਾਂ ਸਾਰੇ ਜਿਹੜੇ ਲੇਖਕ ਨੇ, ਉਹਨਾਂ ਦੀਆਂ ਰਚਨਾਵਾਂ ਇੱਕ ਦੂਸਰੇ ਨਾਲੋਂ ਬਿਲਕੁਲ ਵੱਖੋ ਵੱਖਰੀਆਂ, ਕਿਉਂਕਿ ਸਭ ਦੀ ਸ਼ੈਲੀ ਹੈ ਜਿਹੜੀ ਉਹ ਵੱਖਰੀ ਸੀ। ਤਾਂ ਆਮ ਤੌਰ ਤੇ ਇਹ ਨਿਬੰਧ ਹੈ ਜਿਹੜੇ ਕਈ ਗੰਭੀਰ ਨੇ, ਕਈ ਹਲਕੇ ਫੁਲਕੇ ਲੇਖ ਹੈ, ਕਈ ਜੀਵਨੀਆਂ ਸਫ਼ਰਨਾਮੇ ਹੈ ਜਿਹੜੇ, ਉਹਨਾਂ ਦੇ ਵਿੱਚੋਂ ਕੁਝ ਹਿੱਸੇ ਸ਼ਾਮਿਲ ਕੀਤੇ ਗਏ ਹੈ ਤੁਹਾਡੇ ਪਾਠਕ੍ਰਮ ਦੇ ਵਿੱਚ, ਤਾਂ ਜੋ ਵਿਦਿਆਰਥੀਆਂ ਨੂੰ ਪਤਾ ਲੱਗੇ ਕਿ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਲੇਖਕ ਨੇ ਉਹ ਵੱਖੋ ਵੱਖਰੇ ਢੰਗ ਨਾਲ ਲਿਖਦੇ ਰਹੇ ਹੈ, ਤੇ ਉਸ ਤਰ੍ਹਾਂ ਦੀਆਂ ਜਿਹੜੀਆਂ ਉਸਾਰੂ ਕਦਰਾਂ ਕੀਮਤਾਂ ਨੇ ਉਹਨਾਂ ਦਾ ਤੁਹਾਡੇ ਜੀਵਨ ਦੇ ਉੱਤੇ ਵੀ ਪ੍ਰਭਾਵ ਪਵੇ। ਇਹ ਵਾਰਤਕ ਲੇਖਾਕਾਰ ਨੇ ਜਿਹੜੇ, ਉਹਨਾਂ ਨੇ ਜਦੋਂ ਪੰਜਾਬੀ ਦੇ ਵਿੱਚ ਲੇਖ ਲਿਖਣੇ ਸ਼ੁਰੂ ਕੀਤੇ ਤਾਂ ਕਈ ਅਜਿਹੇ ਵਿਦਵਾਨ ਸੀ ਜਿਨ੍ਹਾਂ ਨੇ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਚੰਗਾ ਗਿਆਨ ਹਾਸਿਲ ਕੀਤਾ ਹੋਇਆ ਸੀ। ਪਹਿਲਾਂ ਉਹ ਅੰਗਰੇਜ਼ੀ ਦੇ ਵਿੱਚ ਜਾਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਲਿਖਦੇ ਰਹੇ ਤੇ ਫਿਰ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ। ਇਹ ਜਿਵੇਂ ਜਿਵੇਂ ਤੁਸੀਂ ਪਹਿਲੇ ਤੋਂ ਲੈ ਕੇ ਅੱਗੇ ਨੂੰ ਲੇਖ ਲਿਖਦੇ ਜਾਂਦੇ ਹੋ, ਲੇਖ ਪੜ੍ਹਦੇ ਜਾਂਦੇ ਹੋ, ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਵਾਲਾ ਜਿਹੜਾ ਲਿਖਾਰੀ ਸੀ ਉਹਦੇ ਨਾਲੋਂ ਦੂਜੇ ਦਾ ਫਰਕ ਹੈ, ਦੂਸਰੇ ਨਾਲੋਂ ਤੀਸਰੇ ਦਾ ਫਰਕ ਹੈ, ਤੀਸਰੇ ਨਾਲੋਂ ਚੌਥੇ ਦਾ ਫਰਕ ਹੈ, ਕਿਉਂਕਿ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਜਿਹੜੇ ਲੇਖ ਨੇ ਉਹ ਸਮੇਂ ਅਨੁਸਾਰ ਵੀ ਨੇ ਕਿ ਪਹਿਲੇ ਲਿਖਾਰੀ ਹੈ ਜਿਹੜੇ ਕਿਸ ਤਰ੍ਹਾਂ ਲਿਖਦੇ ਸੀ, ਉਹ ਪਹਿਲੇ ਲੇਖਾਂ ਦੇ ਵਿੱਚ ਵਰਣਨ ਹੋ ਗਿਆ, ਤਾਂ ਉਸ ਥੋੜ੍ਹਾ ਸਮਾਂ ਬਾਅਦ ਕਿਸ ਤਰ੍ਹਾਂ ਦੀ ਲਿਖਤ ਆਈ, ਉਸ ਤੋਂ ਥੋੜ੍ਹਾ ਸਮਾਂ ਬਾਅਦ ਕਿਸ ਤਰ੍ਹਾਂ ਦੀ ਲਿਖਤ ਆਈ। ਤਾਂ ਲਿਖਤ ਹੈ ਜਿਹੜੀ ਉਹ ਸਮੇਂ ਦੇ ਅਨੁਸਾਰ ਬਦਲਦੀ ਗਈ, ਉਹਦੇ ਵਿਚਲੀ ਭਾਸ਼ਾ ਹੈ ਜਿਹੜੀ ਉਹ ਵੀ ਬਦਲਦੀ ਗਈ। ਪਹਿਲਾਂ ਵਾਲੇ ਜਿਹੜੇ ਲੇਖ ਨੇ ਉਹਨਾਂ ਤੇ ਹਿੰਦੀ, ਸੰਸਕ੍ਰਿਤ ਭਾਸ਼ਾਵਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਸਾਨੂੰ ਕਈ ਵਾਰ ਇਉਂ ਲੱਗਦਾ ਹੈ ਪੜ੍ਹਦੇ ਹੋਏ ਕਿ ਇਹ ਕਿਸ ਤਰ੍ਹਾਂ ਦੀ ਪੰਜਾਬੀ ਹੈ, ਪਰ ਉਹ ਪੰਜਾਬੀ ਦੇ ਵਾਰਤਕ ਲੇਖਾਂ ਦਾ ਮੁੱਢਲਾ ਰੂਪ ਹੈ। ਹੌਲੀ ਹੌਲੀ ਜਦੋਂ ਅਸੀਂ ਅੱਗੇ ਨੂੰ ਆਉਂਦੇ ਹਾਂ ਤਾਂ ਜਿਹੜਾ ਅਸੀਂ ਜਿਹੜਾ ਵਾਰਤਕ ਲੇਖਾਕਾਰ ਹੈ ਜਿਹਦੇ ਬਾਰੇ ਪੜ੍ਹਨਾ ਹੈ ਉੱਥੋਂ ਤੱਕ ਪਹੁੰਚਦੇ ਹਾਂ ਤਾਂ ਸਾਨੂੰ ਕਾਫੀ ਉਹਦਾ ਸੁਧਰਿਆ ਹੋਇਆ ਰੂਪ ਹੈ ਜਿਹੜਾ ਵਾਰਤਕ ਲੇਖਾਂ ਦਾ ਉਹ ਦਿਖਾਈ ਦਿੰਦਾ ਹੈ। ਸਾਡਾ ਅੱਜ ਵਾਲਾ ਜਿਹੜਾ ਵਾਰਤਕ ਲੇਖਾਕਾਰ ਹੈ ਬੇਟਾ, ਉਹ ਹੈ ਬਲਰਾਜ ਸਾਹਨੀ।
ਬਲਰਾਜ ਸਾਹਨੀ ਬਾਰੇ ਤੁਸੀਂ ਸ਼ਾਇਦ ਬਹੁਤਾ ਨਾਂ ਸੁਣਿਆ ਹੋਵੇ, ਪਰ ਜਿਹੜੇ ਪਹਿਲਾਂ ਵਾਲੇ ਵਿਅਕਤੀ ਨੇ ਜਿਹੜੇ ਤੁਹਾਡੇ ਤੋਂ ਤਕਰੀਬਨ 30 ਸਾਲ ਵੱਡੇ ਨੇ, ਉਹ ਬਲਰਾਜ ਸਾਹਨੀ ਦੇ ਨਾਂ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਨੇ, ਕਿਉਂਕਿ ਇਹ ਵਿਅਕਤੀ ਲੇਖਕ ਹੋਣ ਦੇ ਨਾਲ ਨਾਲ ਫਿਲਮੀ ਐਕਟਰ ਵੀ ਹੈ। ਇਹ ਵਿਅਕਤੀ ਹੈ ਜਿਹੜਾ, ਇਸ ਦਾ ਜਨਮ 1 ਮਈ 1913 ਈਸਵੀ ਨੂੰ ਸ਼੍ਰੀ ਹਰਬੰਸ ਲਾਲ ਸਾਹਨੀ ਦੇ ਘਰ ਹੋਇਆ। ਇਹਨਾਂ ਦੀ ਮਾਤਾ ਦਾ ਨਾਂ ਸ਼੍ਰੀਮਤੀ ਲక్ష్ਮੀ ਦੇਵੀ ਸੀ ਤੇ ਇਹਨਾਂ ਦਾ ਜਨਮ ਸਥਾਨ ਹੈ ਜਿਹੜਾ ਰਾਵਲਪਿੰਡੀ ਦੇ ਪਿੰਡ ਦੇ ਵਿੱਚ ਹੋਇਆ, ਜਿਹੜਾ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਇਹ ਬਚਪਨ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਸੀਗੇ। 1934 ਈਸਵੀ ਦੇ ਵਿੱਚ ਇਹਨਾਂ ਨੇ ਅੰਗਰੇਜ਼ੀ ਦੀ MA ਕੀਤੀ ਤੇ ਫਿਰ ਆਪਣੇ ਪਿਤਾ ਦੇ ਨਾਲ ਕੰਮ ਦੇ ਵਿੱਚ ਹੱਥ ਵਟਾਉਣ ਲੱਗ ਪਏ। ਇਹਨਾਂ ਦੇ ਪਿਤਾ ਜੀ ਇੱਕ ਵਪਾਰੀ ਸੀ। ਕੁਝ ਸਮਾਂ ਇਹਨਾਂ ਨੇ ਪੱਤਰਕਾਰੀ ਵੀ ਕੀਤੀ ਤੇ ਕੁਝ ਸਮਾਂ ਅਧਿਆਪਨ ਦਾ ਕੰਮ ਵੀ ਕੀਤਾ ਤੇ ਫਿਰ ਇਹ ਲੰਡਨ ਦੇ ਵਿੱਚ ਚਲੇ ਗਏ, ਜਿੱਥੇ ਇਹਨਾਂ ਨੇ BBC ਚੈਨਲ ਹੈ ਜਿਹੜਾ, ਉਹਦੇ ਤੇ ਅਨਾਉਂਸਰ ਦੀ ਨੌਕਰੀ ਵੀ ਕੀਤੀ। ਮੁੱਖ ਤੌਰ ਤੇ ਇਹਨਾਂ ਦਾ ਕੰਮ ਹੈ ਜਿਹੜਾ ਉਹ ਐਕਟਿੰਗ ਰਿਹਾ। ਇਹਨਾਂ ਨੇ ਜਿਹੜੀਆਂ ਪ੍ਰਮੁੱਖ ਫਿਲਮਾਂ ਦਿੱਤੀਆਂ ਫਿਲਮੀ ਜਗਤ ਨੂੰ, ਉਹਨਾਂ ਵਿੱਚੋਂ ਯਾਦਗਾਰੀ ਫਿਲਮਾਂ ਨੇ ਕਾਬਲੀ ਵਾਲਾ, 2 ਬੀਘਾ ਜ਼ਮੀਨ, ਹਮ ਲੋਗ, ਹੀਰਾ ਮੋਤੀ ਤੇ ਪਵਿੱਤਰ ਪਾਪੀ। ਅਸੀਂ ਸਾਰੇ ਫਿਲਮਾਂ ਨੂੰ ਬਹੁਤ ਦਿਲਚਸਪੀ ਦੇ ਨਾਲ ਦੇਖਦੇ ਹਾਂ। ਫਿਲਮਾਂ ਦੇ ਵਿਸ਼ੇ ਹੈ ਜਿਹੜੇ ਉਹ ਵੱਖੋ ਵੱਖਰੀ ਤਰ੍ਹਾਂ ਦੇ ਹੁੰਦੇ ਹੈ, ਪਰ ਜਿਹੜੀਆਂ ਫਿਲਮਾਂ ਦੇ ਮੈਂ ਹੁਣ ਜ਼ਿਕਰ ਕੀਤਾ ਹੈ, ਜਿਹੜੀਆਂ ਇਹਨਾਂ ਦੀਆਂ ਯਾਦਗਾਰੀ ਫਿਲਮਾਂ ਨੇ, ਅਸਲ ਦੇ ਵਿੱਚ ਉਹ ਸਮਾਜ ਨੂੰ ਇੱਕ ਸੇਧ ਦੇਣ ਵਾਲੀਆਂ ਨੇ। ਉਹਨਾਂ ਦੇ ਵਿੱਚ ਸਾਡੇ ਲਈ ਜ਼ਰੂਰ ਕੋਈ ਨਾ ਕੋਈ ਸੰਦੇਸ਼ ਹੈ ਜਿਹੜਾ ਉਹ ਲੁਕਿਆ ਹੋਇਆ ਤੇ ਬਹੁਤ ਹੀ ਕਾਮਯਾਬ ਐਕਟਰ ਦੇ ਤੌਰ ਤੇ ਇਹਨਾਂ ਨੇ ਆਪਣਾ ਫਿਲਮੀ ਸਫ਼ਰ ਹੈ ਜਿਹੜਾ ਉਹ ਪੂਰਾ ਕੀਤਾ। ਇਸ ਤੋਂ ਇਲਾਵਾ ਇਹਨਾਂ ਨੂੰ ਲਿਖਣ ਦਾ ਵੀ ਸ਼ੌਕ ਸੀ। ਇਹਨਾਂ ਦੀਆਂ ਪ੍ਰਮੁੱਖ ਜਿਹੜੀਆਂ ਵਾਰਤਕ ਰਚਨਾਵਾਂ ਨੇ ਉਹ ਹੈਗੀਆਂ ਨੇ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਗੈਰ ਜਜ਼ਬਾਤੀ ਡਾਇਰੀ, ਮੇਰੀ ਫਿਲਮੀ ਆਤਮ ਕਥਾ। ਇਹ ਸਾਰੀਆਂ ਇਹਨਾਂ ਦੀਆਂ ਬਹੁਤ ਮਸ਼ਹੂਰ ਹੋਈਆਂ ਪੁਸਤਕਾਂ ਨੇ। ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ ਜਾਂ ਮੇਰਾ ਪਾਕਿਸਤਾਨੀ ਸਫ਼ਰਨਾਮਾ, ਤਾਂ ਸਫ਼ਰਨਾਮਾ ਤੋਂ ਕੀ ਭਾਵ ਹੈ? ਸਫ਼ਰਨਾਮਾ ਬੇਟਾ ਹੁੰਦਾ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਲੰਬੇ ਸਫ਼ਰ ਤੇ ਜਾਂਦਾ ਹੈ, ਤਾਂ ਜਦੋਂ ਉਹ ਸਫ਼ਰ ਸ਼ੁਰੂ ਕਰਦਾ ਹੈ, ਸਫ਼ਰ ਦੀ ਤਿਆਰੀ ਸ਼ੁਰੂ ਕਰਦਾ ਹੈ, ਉਦੋਂ ਤੋਂ ਲੈ ਕੇ ਸਫ਼ਰ ਖਤਮ ਕਰਨ ਤੱਕ ਉਹ ਸਾਰੇ ਸਫ਼ਰ ਦਾ ਵੇਰਵਾ, ਉਹਦੇ ਨਾਲ ਜੋ ਵੀ ਘਟਨਾਵਾਂ ਵਾਪਰੀਆਂ, ਉਹਦੀ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਹੋਇਆ, ਉਹ ਸਾਰਾ ਕੁਛ ਉਹ ਇੱਕ ਕਾਗਜ਼ ਤੇ ਲਿਖਦਾ ਜਾਂਦਾ ਹੈ। ਭਾਵ ਆਪਣੀ ਡਾਇਰੀ ਦੇ ਵਿੱਚ ਇੱਕ ਥਾਂ ਤੇ ਉਹ ਸਾਰਾ ਕੁਛ ਨੋਟ ਕਰਦਾ ਜਾਂਦਾ ਹੈ ਤੇ ਉਸ ਨੂੰ ਉਹ ਬਾਅਦ ਦੇ ਵਿੱਚ ਇੱਕ ਪੁਸਤਕ ਦਾ ਰੂਪ ਦੇ ਦਿੰਦਾ ਹੈ, ਜਿਸ ਨੂੰ ਅਸੀਂ ਸਫ਼ਰਨਾਮਾ ਆਖਦੇ ਹਾਂ। ਯਾਨੀ ਕਿ ਸਾਰੇ ਸਫ਼ਰ ਦਾ ਬਿਆਨ ਉਹ ਹੋ ਗਿਆ ਸਫ਼ਰਨਾਮਾ। ਤਾਂ ਜਿਹੜਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਬਲਰਾਜ ਸਾਹਨੀ ਨੇ ਲਿਖਿਆ ਹੈ, ਉਹ ਇੱਕ ਪੁਸਤਕ ਦੇ ਰੂਪ ਦੇ ਵਿੱਚ ਛਪਿਆ ਹੋਇਆ ਹੈ। ਉਹਦੇ ਵਿੱਚੋਂ ਹੀ ਇੱਕ ਅੰਸ਼ ਹੈ ਜਿਹੜਾ ਚੁਣ ਕੇ ਉਹਨੂੰ ਲੇਖ ਦੇ ਰੂਪ ਦੇ ਵਿੱਚ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤਾ ਹੈ। ਮੁੜ ਵੇਖਿਆ ਪਿੰਡ। ਤਾਂ ਉਹਨੇ ਸਫ਼ਰ ਕੀਤਾ ਸੀ, ਪਾਕਿਸਤਾਨ ਦੇ ਵਿੱਚ ਉਹ ਗਿਆ ਸੀ, ਤਾਂ ਉੱਥੇ ਉਹ ਆਪਣੀ ਜਨਮ ਭੂਮੀ ਤੇ ਜਾਂਦਾ ਹੈ, ਆਪਣੇ ਪਿੰਡ ਜਾਂਦਾ ਹੈ। ਉਹਦਾ ਪਿੰਡ ਜਾਣ ਦਾ ਵੇਰਵਾ ਜਿਹੜਾ ਉੱਥੋਂ ਕੱਢ ਕੇ ਉਸ ਸਫ਼ਰਨਾਮੇ ਦੇ ਵਿੱਚੋਂ ਇੱਕ ਲੇਖ ਦੇ ਰੂਪ ਵਿੱਚ ਤੁਹਾਡੀ ਜਿਹੜੀ ਇਹ ਪਾਠ ਪੁਸਤਕ ਹੈ ਉਸ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਹ ਬਹੁਤ ਹੀ ਪ੍ਰਭਾਵ ਪਾਊ ਲੇਖ ਹੈ। ਇਹ ਲੇਖਕ ਹੈ ਜਿਹੜਾ ਆਜ਼ਾਦੀ ਤੋਂ ਲਗਭਗ 2 ਦਹਾਕਿਆਂ ਯਾਨੀ ਕਿ 20 ਸਾਲ ਬਾਅਦ ਉਹ ਗਿਆ ਸੀ ਉੱਥੇ ਆਪਣੇ ਪਿੰਡ। ਉੱਥੇ ਬੇਟਾ ਉਹਦੇ ਨਾਲ ਜੋ ਵਾਪਰਿਆ, ਉਹਦੇ ਆਪਣੇ ਮਨ ਦੇ ਵਿੱਚ ਜੋ ਉਥਲ ਪੁਥਲ ਸੀ, ਜੋ ਕੁਛ ਵੀ ਉਹਨੇ ਮਹਿਸੂਸ ਕੀਤਾ, ਉਸਨੂੰ ਬਹੁਤ ਹੀ ਕਲਾਤਮਕ ਢੰਗ ਦੇ ਨਾਲ, ਬਹੁਤ ਹੀ ਜਜ਼ਬਾਤੀ ਢੰਗ ਦੇ ਨਾਲ, ਬਰੀਕੀ ਦੇ ਵਿੱਚ ਇਸ ਲੇਖ ਦੇ ਵਿੱਚ ਲੇਖਕ ਨੇ ਪੇਸ਼ ਕਰਨ ਦਾ ਯਤਨ ਕੀਤਾ। ਤਾਂ ਇਸ ਲੇਖ ਨੂੰ ਅਸੀਂ ਪੜ੍ਹਦੇ ਹੋਏ
1947 ਵੇਲੇ ਜੋ ਘਟਨਾਵਾਂ ਵਾਪਰੀਆਂ, ਉਸ ਸਮੇਂ ਦੁਖਾਂਤ ਜੋ ਲੋਕਾਂ ਨੇ ਸਹਿਆ, ਜੋ ਦੁੱਖ ਸਹਿਆ, ਉਸ ਨੂੰ ਵੀ ਆਪਣੇ ਮਨ ਦੇ ਵਿੱਚ ਰੱਖ ਕੇ ਇਸ ਲੇਖ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ 1947 ਨੂੰ ਅਸੀਂ ਆਜ਼ਾਦ ਹੋਏ, ਪਰ ਇਸ ਖੁਸ਼ੀ ਦੇ ਪਿੱਛੇ ਲੋਕਾਂ ਦੁਆਰਾ ਸਹੇ ਗਏ ਕਿੰਨੇ ਜ਼ਿਆਦਾ ਦੁੱਖ ਨੇ, ਕਿੰਨੇ ਤਸੀਹੇ ਨੇ, ਉਹਨਾਂ ਨੇ ਆਪਣੇ ਕਿੰਨੇ ਰਿਸ਼ਤੇ ਗਵਾਏ, ਕੀ ਮਹਿਸੂਸ ਕੀਤਾ, ਉਹ ਅਸੀਂ ਬਲਰਾਜ ਸਾਹਨੀ ਦੇ ਇਸ ਅਨੁਭਵ ਦੁਆਰਾ ਇਸ ਲੇਖ ਦੇ ਵਿੱਚ ਪੜ੍ਹਾਂਗੇ। ਤਾਂ ਇਸ ਮਹਾਨ ਕਹਾਣੀਕਾਰ, ਇਸ ਮਹਾਨ ਲੇਖਕ, ਇਸ ਮਹਾਨ ਵਾਰਤਕਕਾਰ ਦੀ ਮੌਤ 1973 ਈਸਵੀ ਦੇ ਵਿੱਚ ਹੋ ਗਈ। ਤੇ ਇਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਤਾਂ ਹੁਣ ਅਸੀਂ ਇਹਨਾਂ ਦਾ ਜਿਹੜਾ ਲੇਖ ਹੈ, ਮੁੜ ਵੇਖਿਆ ਪਿੰਡ, ਉਹਦੇ ਬਾਰੇ ਗੱਲ ਕਰਦੇ ਹਾਂ। ਮੁੜ ਵੇਖਿਆ ਪਿੰਡ ਲੇਖ ਹੈ ਜਿਹੜਾ, ਉਸਨੂੰ ਅਸੀਂ ਇੱਕ ਕਹਾਣੀ ਰੂਪ ਦੇ ਵਿੱਚ ਦੇਖਾਂਗੇ। ਇਹਦੇ ਵਿੱਚ ਵਾਰਤਕਕਾਰ ਲੇਖਕ ਬਲਰਾਜ ਸਾਹਨੀ ਦੱਸਦਾ ਹੈ ਕਿ ਉਹ ਉੱਥੇ ਪਹੁੰਚਿਆ ਤਾਂ ਪਹੁੰਚ ਕੇ ਉਹਨੇ ਸਵੇਰੇ ਹੀ ਦੇਖਿਆ। ਸਭ ਤੋਂ ਪਹਿਲਾਂ ਉਹਦਾ ਕੰਮ ਸੀਗਾ ਕਿ ਉਹ ਥਾਣੇ ਜਾ ਕੇ ਉਹਨੇ ਰਿਪੋਰਟ ਲਿਖਵਾਈ। ਸ਼ੁਰੂਆਤ ਹੈ ਜਿਹੜੀ ਲੇਖ ਦੀ ਇਸ ਤਰ੍ਹਾਂ ਨਾਲ ਹੁੰਦੀ ਹੈ ਕਿ ਜਦੋਂ ਅਸੀਂ ਉੱਥੇ ਜਾਂਦੇ ਹਾਂ ਪਾਕਿਸਤਾਨ, ਇਸ ਲੇਖ ਦੇ ਅਨੁਸਾਰ, ਤਾਂ ਉੱਥੇ ਪਹਿਲਾਂ ਉੱਥੇ ਜਾ ਕੇ ਥਾਣੇ ਦੇ ਵਿੱਚ ਲਿਖਾਉਣਾ ਪੈਂਦਾ ਹੈ ਕਿ ਇਸ ਸਮੇਂ ਤੱਕ, ਇੰਨੇ ਸਮੇਂ ਤੋਂ ਇੰਨੇ ਸਮੇਂ ਤੱਕ ਮੈਂ ਇਸ ਜਗ੍ਹਾ ਤੇ ਰਹੂੰਗਾ। ਠੀਕ ਨਾ, ਹਰ ਦੇਸ਼ ਦੇ ਆਪਣੇ ਕੁਝ ਨਿਯਮ ਹੁੰਦੇ ਆ। ਤਾਂ ਉਹ ਕਹਿੰਦਾ ਮੈਂ ਇਹ ਲਿਖਾ ਕੇ ਥਾਣੇ ਰਿਪੋਰਟ ਦੇ ਕੇ ਜਦੋਂ ਬੱਸ ਅੱਡੇ ਪਹੁੰਚਿਆ, ਮੈਂ ਆਪਣੇ ਪਿੰਡ ਜਾਣਾ ਸੀ ਭੇਰੇ। ਭੇਰਾ ਜਿਹੜਾ ਉਹ 60-70 ਕਿਲੋਮੀਟਰ ਇੱਥੋਂ ਦੂਰ ਸੀਗਾ। ਮੇਰੇ ਨਾਲ ਮੇਰੇ ਕੁਝ ਮਿੱਤਰ ਸੀਗੇ। ਤਾਂ ਬੱਸ ਹੈ ਜਿਹੜੀ ਉਹ ਮੇਰੇ ਪਿੰਡ ਵੱਲ ਭੱਜਦੀ ਜਾਂਦੀ ਸੀ। ਮੈਨੂੰ ਮਹਿਸੂਸ, ਇਸ ਵਿਸ਼ਵਾਸ ਨਹੀਂ ਸੀ ਹੋ ਰਿਹਾ, ਮੇਰੇ ਜਿਹੜੀ ਮਹਿਸੂਸ ਕਰਨ ਦੀ ਸ਼ਕਤੀ ਹੈ ਉਹ ਮੇਰਾ ਸਾਥ ਨਹੀਂ ਸੀ ਦੇ ਰਹੀ ਕਿ ਮੈਂ ਹੁਣ ਭੇਰੇ ਜਾ ਰਿਹਾ, ਆਪਣੇ ਪਿੰਡ ਜਾ ਰਿਹਾ। ਮੈਂ ਲਗਭਗ ਇਸ ਪਿੰਡ ਨੂੰ ਜਦੋਂ ਛੱਡਿਆ, ਉਸ ਤੋਂ 40 ਸਾਲ ਬਾਅਦ ਆਪਦਾ ਪਿੰਡ ਹੈ ਜਿਹੜਾ ਉਹ ਵੇਖਣਾ ਸੀ। ਤਾਂ ਉਸ ਸਮੇਂ ਇਹ ਵਾਰਤਕਕਾਰ ਦੱਸਦਾ ਹੈ ਕਿ ਮਸਾਂ ਮੇਰੀ ਉਮਰ ਹੈ ਜਿਹੜੀ ਉਹ 8-9 ਸਾਲਾਂ ਦੀ ਸੀ। ਤਾਂ ਉਹਦੇ ਦਿਮਾਗ ਦੇ ਵਿੱਚ ਹੁਣ ਜਾਂਦੇ ਹੋਏ ਆਪਦਾ ਪਿੰਡ ਹੈ ਜਿਹੜਾ ਉਹੀ ਘੁੰਮਦਾ ਰਹਿੰਦਾ ਹੈ, ਕਿਉਂਕਿ ਉਹਦੇ ਮਨ ਦੇ ਵਿੱਚ ਬੜੀ ਤੀਬਰ ਸ਼ਕਤੀ ਹੈ। ਉਹਦਾ ਜੀਅ ਕਰਦਾ ਹੈ ਕਿ ਮੈਂ ਜਾ ਕੇ ਉਸ ਪਿੰਡ ਨੂੰ ਦੇਖਾਂ ਜਿੱਥੇ ਮੈਂ ਬਚਪਨ ਗੁਜ਼ਾਰਿਆ, ਉਹ ਮੇਰਾ ਪਿੰਡ ਹੁਣ ਕਿਹੋ ਜਿਹਾ ਹੋਊਗਾ। ਉਹਨੂੰ ਉਸ ਪਿੰਡ ਦੀ ਗਲੀ ਗਲੀ, ਚੱਪਾ ਚੱਪਾ ਸਾਰਾ ਯਾਦ ਹੈ। ਉਹਨੂੰ ਆਪਦਾ ਬਚਪਨ ਯਾਦ ਆਉਂਦਾ ਹੈ ਕਿ ਕਿਵੇਂ ਅਸੀਂ ਉੱਥੇ ਖੇਡਦੇ ਸੀਗੇ, ਕਿਵੇਂ ਉੱਥੇ ਖੁਖਰਾਨ ਬਰਾਦਰੀ ਵਾਲਿਆਂ ਦੇ ਅਲੱਗ-ਅਲੱਗ ਮੁਹੱਲੇ ਸੀਗੇ। ਉਹਨਾਂ ਵਿੱਚ ਸੀ ਸਾਹਨੀਆਂ ਦਾ ਮੁਹੱਲਾ, ਆਨੰਦਾਂ ਦਾ ਮੁਹੱਲਾ, ਕੋਹਲੀਆਂ ਦਾ ਮੁਹੱਲਾ। ਪਰ ਉਹ ਬੱਚਾ ਸੀ, ਉਹਨੂੰ ਆਏ ਨਹੀਂ ਯਾਦ ਕਿ ਇਹ ਕਿਵੇਂ ਬਣੇ ਮੁਹੱਲੇ, ਪਰ ਉਹਨੂੰ ਇਹ ਪਤਾ ਹੈ ਕਿ ਹਰ ਇੱਕ ਦਾ ਆਪਣਾ ਦਰਵਾਜ਼ਾ ਹੁੰਦਾ ਸੀ। ਨਾਲ ਹੀ ਉਹਨੂੰ ਜੇਹਲਮ ਦਰਿਆ ਹੈ ਜਿਹੜਾ ਉਹ ਨਹੀਂ ਭੁੱਲਦਾ। ਉਹਨੂੰ ਯਾਦ ਆਉਂਦਾ ਹੈ ਕਿ ਮੇਰੀ ਤਾਈ ਆਸੇ ਪਾਸੇ ਮੁਹੱਲੇ ਦੀਆਂ ਹੋਰ ਔਰਤਾਂ ਨੂੰ ਨਾਲ ਲੈ ਕੇ ਮੂੰਹ ਹਨੇਰੇ ਜੇਹਲਮ ਦਰਿਆ ਦੇ ਵਿੱਚ ਇਸ਼ਨਾਨ ਕਰਨ ਜਾਂਦੀ ਸੀ। ਤੇ ਇਹਦੇ ਵੀ 3 ਪੜਾਅ ਸੀ। ਇੱਕ ਸੀਗਾ ਪੜਾਅ ਚਿੜੀ ਚੋਗ, ਇੱਕ ਘੜੀ ਭੰਨ, ਤੇ ਤੀਜਾ ਔਖਾ ਪੈਂਡਾ ਜਿਹੜਾ ਦਰਿਆ ਤੱਕ ਪਹੁੰਚਣ ਦਾ, ਭਾਵ ਜਿਹੜਾ ਦਰਿਆ ਤੱਕ ਪਹੁੰਚਣ ਦਾ ਰਾਹ ਸੀ, ਉਹਦੇ 3 ਨਾਂ ਹੈ ਜਿਹੜੇ ਉਹ ਰੱਖੇ ਹੋਏ ਸੀ। ਤਾਂ ਇਹਦੇ ਵਿੱਚ ਸਾਨੂੰ ਬਲਰਾਜ ਸਾਹਨੀ ਦੱਸਦਾ ਹੈ ਕਿ ਕਦੇ ਕਦੇ ਉਹ ਜਾਂ ਉਹਦਾ ਭਰਾ ਹੈ ਜਿਹੜਾ ਉਹ ਵੀ ਉਹਨਾਂ ਦੇ ਨਾਲ ਚਲੇ ਜਾਂਦੇ ਸੀ। ਤੇ ਦਰਿਆ ਹੈ ਜਿਹੜਾ ਕਦੇ ਕਦੇ ਚੜ੍ਹਿਆ ਹੋਣ ਕਰਕੇ ਬਹੁਤ ਅੱਗੇ ਤੱਕ ਹੁੰਦਾ ਸੀ, ਤੇ ਕਦੇ ਪਾਣੀ ਜਦੋਂ ਉਤਰ ਜਾਂਦਾ ਸੀ ਤਾਂ ਬਹੁਤ ਪਿੱਛੇ ਤੱਕ ਹੁੰਦਾ ਸੀ। ਫਿਰ ਉਹਨੂੰ ਆਪਦਾ ਬਚਪਨ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਚਿੜੀ ਚੋਗ ਦੇ ਨੇੜੇ ਇੱਕ ਮੈਦਾਨ ਹੈ, ਉਹਦੇ ਵਿੱਚ ਮੇਲਾ ਲੱਗਦਾ ਸੀ, ਤੇ ਕਿਵੇਂ ਤ੍ਰਿੰਝਣ ਲਾ ਕੇ ਉਹਦੀ ਮਾਂ ਦੀ ਦੇਖ ਰੇਖ ਦੇ ਵਿੱਚ ਉਹਦੀਆਂ ਭੈਣਾਂ ਤੇ ਹੋਰ ਮੁਹੱਲੇ ਦੀਆਂ ਕੁੜੀਆਂ ਸਾਰੀ ਸਾਰੀ ਰਾਤ ਚਰਖਾ ਕੱਤਦੀਆਂ ਰਹਿੰਦੀਆਂ ਸੀ। ਉਹਨੂੰ ਆਪਣਾ ਬਚਪਨ ਯਾਦ ਆਉਂਦਾ ਹੈ ਕਿ ਉਹ ਕਿਵੇਂ ਖੇਡਦੇ ਹੁੰਦੇ ਸੀ, ਕਿਵੇਂ ਉਹ ਤੂਤਣੀਆਂ ਬਣਾਉਂਦੇ ਹੁੰਦੇ ਸੀ, ਕਿਵੇਂ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਹੁੰਦੇ ਸੀ। ਤਾਂ ਆਪਣੀ ਸੋਚ ਦੇ ਵਿੱਚ ਹੀ ਬੱਸ ਦੇ ਵਿੱਚ ਉਹਦੇ ਨਾਲ ਇੱਕ ਔਰਤ ਬੈਠ ਜਾਂਦੀ ਹੈ ਜਿਹਦੇ ਨਾਲ
ਕੋਲ ਇੱਕ ਬੱਚਾ ਚੱਕਿਆ ਹੁੰਦਾ ਹੈ ਤਾਂ ਉਹਦੇ ਮਨ ਦੇ ਵਿੱਚ ਇੰਨੇ ਜਜ਼ਬਾਤ ਭਾਰੂ ਹੋਏ ਵੇ ਐ ਆਪਣੇ ਪਿੰਡ ਪਹੁੰਚਣ ਦੇ, ਤੇ ਉਹਨੂੰ ਇਉਂ ਲੱਗਦਾ ਜਿਵੇਂ ਇਹ ਮੇਰੀ ਮਾਂ ਹੋਵੇ, ਕਿਉਂਕਿ ਉਹਦੇ ਪਹਿਰਾਵਾ ਉਸ ਤਰ੍ਹਾਂ ਦਾ ਪਾਇਆ ਹੁੰਦਾ। ਹੁਣ ਹਰ ਖੇਤਰ ਦੀ ਆਪਣੀ ਬੋਲੀ ਹੁੰਦੀ ਹੈ, ਆਪਣਾ ਪਹਿਰਾਵਾ ਹੁੰਦਾ ਹੈ, ਤੁਹਾਨੂੰ ਪਤਾ ਹੈ। ਤਾਂ ਉਹਦਾ ਪਹਿਰਾਵਾ ਦੇਖ ਕੇ ਉਹਨੂੰ ਹੋਰ ਆਪਣਾ ਬਚਪਨ ਹੈ ਜਿਹੜਾ ਉਹ ਯਾਦ ਆਉਣ ਲੱਗ ਜਾਂਦਾ ਹੈ। ਹੁਣ ਬੱਸ ਹੈ ਜਿਹੜੀ ਉਹ ਭੁੱਲੋਵਾਲ ਦੇ ਅੱਡੇ ਤੇ ਰੁਕਦੀ ਹੈ, ਤਾਂ ਲੇਖਕ ਦੇ ਮਨ ਦੇ ਵਿੱਚ ਤਾਂ ਕਾਹਲੀ ਹੈ, ਉਹਨੂੰ 3 ਘੰਟੇ ਮਿਲੇ ਹੈ। 3 ਘੰਟੇ ਦੇ ਵਿੱਚ ਉਹਨੇ ਆਪਣਾ ਪਿੰਡ ਭੇਰਾ ਜਿਹੜਾ ਉਹ ਦੇਖ ਕੇ ਵਾਪਸ ਆਉਣਾ ਹੈ। ਤਾਂ ਇੱਥੇ ਉਹਨੂੰ ਪਤਾ ਕਰਨ ਤੇ ਪਤਾ ਲੱਗਦਾ ਹੈ ਵੀ ਪੌਣਾ ਘੰਟਾ ਬੱਸ ਨੇ ਇੱਥੇ ਰੁਕਣਾ। ਤਾਂ ਉਹਦੇ ਮਨ ਦੇ ਵਿੱਚ ਬੜੀ ਇਹ ਅਜੀਬ ਜਿਹੀ ਸਥਿਤੀ ਪੈਦਾ ਹੁੰਦੀ ਹੈ ਕਿ ਪੌਣਾ ਘੰਟਾ ਤਾਂ ਇੱਥੇ ਹੀ ਲੱਗ ਜਾਣਾ, ਫਿਰ ਮੇਰੇ ਕੋਲ ਕਿੰਨਾ ਕੁ ਸਮਾਂ ਬਚੂਗਾ। ਤਾਂ ਉਹ ਸਿੱਧਾ ਹੀ ਜਿਹੜਾ ਬੱਸ ਅੱਡੇ ਦਾ ਮੁਲਾਜ਼ਮ ਹੁੰਦਾ ਹੈ ਉਹਦੇ ਕੋਲ ਚਲਾ ਜਾਂਦਾ ਹੈ, ਉਹਨੂੰ ਬੇਨਤੀ ਕਰਦਾ ਹੈ ਇਹੀ। ਤਾਂ ਉਹਦੇ ਮੂੰਹ ਚੋਂ ਇਹੀ ਗੱਲ ਨਿਕਲਦੀ ਹੈ ਕਿ ਹੁਣ ਭੇਰੇ ਕੀ ਹੈ ਇੰਨਾ ਵੇਖਣ ਨੂੰ। ਪਰ ਲੇਖਕ ਹੈ ਜਿਹੜਾ ਉਹਨੂੰ ਕਹਿੰਦਾ ਹੈ ਕੀ ਕਰਾਂ ਜੀ, ਮਿੱਟੀ ਖਿੱਚ ਲਿਆਈਏ। ਹੁਣ ਦੇਖੋ ਆਪਣੀ ਮਿੱਟੀ ਤੱਕ ਪਹੁੰਚਣ ਦੀ ਉਹਦੇ ਮਨ ਦੇ ਵਿੱਚ ਇੰਨੀ ਜ਼ਿਆਦਾ ਤੀਬਰ ਇੱਛਾ ਹੈ ਕਿ ਉਹ ਇਸ ਗੱਲ ਦੀ ਪਰਵਾਹ ਵੀ ਨਹੀਂ ਕਰਦਾ ਕਿ ਕਿਸ ਵਿਅਕਤੀ ਦੇ ਨਾਲ ਕਿਵੇਂ ਦੀ ਗੱਲ ਕਰਨੀ ਚਾਹੀਦੀ ਹੈ। ਉਹ ਇੱਕ ਮੁਲਾਜ਼ਮ ਹੈ, ਉਹਦੀ ਆਪਣੀ ਇੱਕ ਡਿਊਟੀ ਬਣਦੀ ਹੈ ਜਿਸ ਦੇ ਹਿਸਾਬ ਨਾਲ ਉਹ ਕੰਮ ਕਰ ਰਿਹਾ ਹੈ। ਪਰ ਉਹ ਮੁਲਾਜ਼ਮ ਤੇ ਵੀ ਉਹਦੀ ਗੱਲ ਦਾ ਇੰਨਾ ਅਸਰ ਹੁੰਦਾ ਹੈ ਕਿ 15 ਮਿੰਟਾਂ ਬਾਅਦ ਹੀ ਉਹ ਬੱਸ ਨੂੰ ਤੋਰਨ ਦੇ ਲਈ ਆਖ ਦਿੰਦਾ। ਤਾਂ ਹੁਣ ਬੇਟਾ ਉਹ ਜਦੋਂ ਰੇਲਵੇ ਸਟੇਸ਼ਨ ਦੇ ਨੇੜੇ, ਉਹ ਕਹਿੰਦਾ ਜਦੋਂ ਭੇਰੇ ਪਹੁੰਚਦੇ ਆ ਆਪਾਂ ਰੇਲਵੇ ਸਟੇਸ਼ਨ ਦੇ ਨੇੜੇ, ਸਭ ਤੋਂ ਪਹਿਲਾਂ ਸਾਨੀਆਂ ਦਾ ਮੁਹੱਲਾ ਆਉਂਦਾ। ਉਹਨੂੰ ਸਾਰਾ ਕੁਝ ਯਾਦ ਹੈ ਕਿ ਬੱਸ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਤੇ ਬਣਿਆ ਸੀ, ਜਿਹਨੂੰ ਸ਼ਾਇਦ ਅਸੀਂ ਬਲੋਚੀ ਦਰਵਾਜ਼ਾ ਆਖਦੇ ਸੀ। ਉੱਤੋਂ ਅੱਗੇ ਉਹ ਕਹਿੰਦਾ ਅਸੀਂ ਜਾਂਦੇ ਹੀ ਨਹੀਂ ਸੀ ਕਿਉਂਕਿ ਬੱਚੇ ਸੀ ਤੇ ਇਉਂ ਲੱਗਦਾ ਸੀ ਕਿ ਉੱਤੋਂ ਅੱਗੇ ਤਾਂ ਕੋਈ ਹੋਰ ਹੀ ਮੁਲਕ ਹੈ। ਤੇ ਉਹਦੇ ਸਾਥੀ ਇੰਨੇ ਜ਼ਿਆਦਾ ਹੈਰਾਨ ਹੁੰਦੇ ਹੈ ਕਿਉਂਕਿ ਬਲਰਾਜ ਸਾਹਨੀ ਨੂੰ ਸ਼ਹਿਰ ਦੀ ਹਰ ਸੜਕ ਤੇ ਹਰ ਗਲੀ ਹੈ ਜਿਹੜੀ ਉਹ ਯਾਦ ਸੀ। ਉਹਨੂੰ ਬਹੁਤ ਅਜੀਬ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਜਦੋਂ ਉਹ ਭੇਰੇ ਪਹੁੰਚ ਜਾਂਦਾ ਹੈ। ਤਾਂ ਉੱਥੇ ਭੇਰੇ ਜਾ ਕੇ ਸਾਰੇ ਉਹਦੇ ਨਾਲ ਬਹੁਤ ਹੀ ਸਤਿਕਾਰ ਦੇ ਨਾਲ ਵਰਤਾਵ ਕਰਦੇ ਹੈ। ਜਿਹੜਾ ਇੰਸਪੈਕਟਰ ਹੈ ਉਹ ਵੀ ਉਸ ਦੇ ਨਾਲ ਬਹੁਤ ਪਿਆਰ ਦੇ ਨਾਲ ਪੇਸ਼ ਆਉਂਦਾ ਹੈ ਤੇ ਉਹਦੇ ਪਾਸਪੋਰਟ ਦੇ ਉੱਤੇ ਆਉਣ ਤੇ ਜਾਣ ਦੋਨਾਂ ਸਮਿਆਂ ਦੇ ਦਸਤਕ ਇੱਕੋ ਵਾਰੀ ਕਰ ਦਿੰਦਾ ਹੈ। ਨਹੀਂ ਤਾਂ ਕਿਸੇ ਜਗ੍ਹਾ ਤੇ ਪਹੁੰਚ ਕੇ ਆਉਣ ਸਮੇਂ ਅਲੱਗ ਦਸਤਕ ਕਰਵਾਉਣੇ ਪੈਂਦੇ ਹੈ ਤੇ ਜਾਣ ਸਮੇਂ ਅਲੱਗ ਦਸਤਕ ਕਰਵਾਉਣੇ ਪੈਂਦੇ ਹੈ, ਕਿਉਂਕਿ ਉਹ ਤਾਂ ਉੱਥੇ ਘੁੰਮਣ ਲਈ ਆਏ ਆ, ਉੱਥੋਂ ਦੇ ਵਸਨੀਕ ਨਹੀਂ ਨਾ। ਤਾਂ ਇਹ ਉੱਥੋਂ ਦਾ ਇੱਕ ਨਿਯਮ ਹੈ ਜਾਂ ਇੱਕ ਰੂਲ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜਾ ਕਿ ਮੰਨਣਾ ਹੀ ਪੈਂਦਾ। ਤਾਂ ਇਹ ਦੇਖ ਕੇ ਉਹਦੇ ਮਨ ਦੇ ਵਿੱਚ ਹੋਰ ਵੀ ਖੁਸ਼ੀ ਹੁੰਦੀ ਹੈ ਕਿ ਮੇਰਾ ਹੁਣ ਹੋਰ ਸਮਾਂ ਬਚ ਗਿਆ, ਮੈਨੂੰ ਜਾਂਦੇ ਹੋਏ ਜਾ ਕੇ ਇੰਸਪੈਕਟਰ ਤੋਂ ਦੁਬਾਰਾ ਇਹ ਸਾਰੇ ਜਿਹੜੇ ਸਾਈਨ ਹੈ ਉਹ ਨਹੀਂ ਕਰਵਾਉਣੇ ਪੈਣੇ। ਤਾਂ ਨਾਲ ਹੀ ਉਹਦੇ ਮਨ ਦੇ ਵਿੱਚ ਇਹ ਵੀ ਖੁਸ਼ੀ ਹੁੰਦੀ ਹੈ, ਉਹ ਆਪਣੇ ਨਾਲ ਦੇ ਜਿਹੜੇ ਸਾਥੀ ਹੈ ਉਹਨਾਂ ਨੂੰ ਕਹਿੰਦਾ ਕਿ ਦੇਖਿਆ ਇਹ ਮੇਰਾ ਮੁਲਕ ਹੈ, ਇੱਥੇ ਮੈਂ ਰਹਿੰਦਾ ਰਿਹਾ, ਇਸੇ ਕਰਕੇ ਇਹ ਆਪਣੇ ਤੇ ਪਰਾਏ ਦਾ ਫਰਕ ਹੁੰਦਾ ਹੈ। ਮੇਰਾ ਆਪਣਾ ਹੋਣ ਕਰਕੇ ਹੀ ਇਹਨੇ ਦੋਨਾਂ ਸਮਿਆਂ ਦੇ ਇੱਥੇ ਦਸਤਖਤ ਹੈ ਜਿਹੜੇ ਉਹ ਕਰਤੇ। ਹਾਲਾਂਕਿ ਇੱਕ ਸੂਝਵਾਨ ਵਿਅਕਤੀ ਹੁੰਦੇ ਹੋਇਆਂ ਉਹਨੂੰ ਪਤਾ ਹੈ ਕਿ ਇਹ ਕਿੰਨਾ ਕੁ ਉਸਦਾ ਆਪਣਾ ਸ਼ਹਿਰ ਹੈ। ਤਾਂ ਇੱਥੇ ਉਹ ਬਹੁਤਾ ਜ਼ਿਆਦਾ ਸਿਆਣਾ ਬਣਨਾ ਹੀ ਨਹੀਂ ਚਾਹੁੰਦਾ ਕਿਉਂਕਿ ਬਚਪਨ ਵੇਲੇ ਦਾ ਸ਼ਹਿਰ ਛੱਡਿਆ ਹੋਇਆ ਹੈ ਤੇ ਉਹੀ ਬਚਪਨ ਨੂੰ ਵਾਰ-ਵਾਰ ਯਾਦ ਕਰਦਾ ਹੈ ਤੇ ਉਸ ਬਚਪਨ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਸਾਰਾ ਸ਼ਹਿਰ ਹੈ ਜਿਹੜਾ ਉਸ ਨੂੰ ਉਹ ਘੁੰਮਣਾ ਚਾਹੁੰਦਾ ਹੈ ਤੇ ਵਿਸ਼ੇਸ਼ ਤੌਰ ਤੇ ਉਹ ਆਪਣਾ ਘਰ ਲੱਭਣਾ ਚਾਹੁੰਦਾ ਹੈ। ਹੁਣ ਆਪਣੀ ਘਰ ਦੀ ਗਲੀ ਤੱਕ ਤਾਂ ਉਹ ਪਹੁੰਚ ਜਾਂਦਾ ਹੈ, ਪਰ ਅੱਗੇ ਜਾ ਕੇ ਉਸਨੂੰ ਪਤਾ ਨਹੀਂ ਲੱਗਦਾ ਕਿ ਮੇਰਾ ਘਰ ਹੈ ਜਿਹੜਾ ਉਹ ਕਿੱਥੇ ਹੈ, ਕਿਉਂਕਿ ਹਰ ਪਾਸੇ ਇਮਾਰਤਾਂ ਜਿਹੜੀਆਂ ਉਹ ਢਹੀਆਂ ਪਈਆਂ ਨੇ। ਉਹਨੂੰ ਯਾਦ ਹੁੰਦਾ ਹੈ ਵੀ ਗਲੀ ਦੇ ਨੁੱਕਰ ਤੇ ਇੱਕ ਖੂਹ ਹੈ, ਖੂਹ ਤਾਂ ਉਹ ਲੱਭ ਲੈਂਦਾ, ਪਰ ਉਸ ਤੋਂ ਬਾਅਦ ਅੱਗੇ ਕਿੱਥੇ ਉਸਦਾ ਘਰ ਹੈ ਉਹਨੂੰ ਲੱਭਣ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਲ ਆਉਂਦੀ ਹੈ। ਤਾਂ ਉਹ ਪੁੱਛ ਪੁਛਾ ਕੇ ਉੱਥੇ ਚੌਧਰੀ ਗੁਲਾਮ ਮੁਹੰਮਦ ਦਾ ਘਰ ਲੱਭਦਾ। ਹੁਣ ਉਹ ਘਰ ਤਾਂ ਉਹਨੂੰ ਲੱਭ ਹੀ ਜਾਂਦਾ ਕਿਉਂਕਿ ਉਹ ਵਿਅਕਤੀ ਹੈ ਜਿਹੜਾ ਉਹਦੇ ਦਾਦੇ ਪੋਤਰੇ ਦੇ ਦੋਨੇ ਇਹ ਭਰਾ ਸੀਗੇ, ਭਾਵ ਤਾਏ ਦੇ ਚਾਚੇ ਦੇ ਭਰਾ ਹੋਏ ਦੋਨੇ। ਇਸ ਕਰਕੇ ਉਹਨੂੰ ਉਸ ਵਿਅਕਤੀ ਦਾ ਨਾਂ ਹੈ ਜਿਹੜਾ ਉਹ ਯਾਦ ਹੁੰਦਾ ਤੇ ਪੁੱਛ ਪੁਛਾ ਕੇ ਉਹ ਪਤਾ ਵੀ ਲੱਗ ਜਾਂਦਾ ਹੈ।
ਪਹਿਲੀ ਮਿਲਣੀ ਜਦੋਂ 40 ਸਾਲਾਂ ਬਾਅਦ ਦੋਹਾਂ ਭਰਾਵਾਂ ਦੀ ਹੁੰਦੀ ਹੈ ਤਾਂ ਉਹਨਾਂ ਦੀ ਕੋਈ ਗੱਲ ਨਹੀਂ ਹੁੰਦੀ, ਸਗੋਂ ਅੱਖਾਂ ਦੇ ਵਿੱਚੋਂ ਹੰਝੂ ਹੈ ਜਿਹੜੇ ਉਹ ਹੀ ਨਹੀਂ ਰੁਕਦੇ, ਹੰਝੂ ਲਗਾਤਾਰ ਵਗਦੇ ਰਹਿੰਦੇ ਹੈ। ਪਰ ਇੱਥੇ ਦੇਖੋ ਬੱਚਿਓ ਕਿ ਇਹ ਦੋਨੇ ਭਰਾ ਹੈ ਜਿਹੜੇ, ਉਹਨਾਂ ਦੇ ਵਿੱਚੋਂ ਬਲਰਾਜ ਸਾਹਨੀ ਹਿੰਦੂ ਬਣ ਜਾਂਦਾ ਹੈ ਤੇ ਜਿਹੜਾ ਭਰਾ ਉਸ ਸਮੇਂ ਮੁਸਲਮਾਨ ਬਣ ਜਾਂਦਾ ਹੈ, ਜਿਹੜਾ ਉਸ ਸਮੇਂ ਪਾਕਿਸਤਾਨ ਦੇ ਵਿੱਚ ਰਹਿ ਗਿਆ ਹੁੰਦਾ ਹੈ। ਕਿਉਂਕਿ ਹਾਲਾਤ ਐਸੇ ਹੈ, ਹਾਲਾਤਾਂ ਦੇ ਕਾਰਨ ਇਹ ਮਜਬੂਰੀ ਬਸ ਸਾਰਾ ਕੁਝ ਹੋ ਜਾਂਦਾ ਹੈ। ਕਿਉਂਕਿ ਮੁਲਕ ਦੋ ਬਣ ਗਏ, ਧਰਮ ਦੇ ਆਧਾਰ ਤੇ ਵੰਡਾਂ ਹੋਈਆਂ ਤਾਂ ਉਸ ਤਰ੍ਹਾਂ ਲੋਕਾਂ ਨੇ ਆਪੋ ਆਪਣੇ ਧਰਮ ਬਦਲ ਲਏ। ਪਰ ਦੇਖੋ ਦੋਨਾਂ ਦੀਆਂ ਭਾਵਨਾਵਾਂ ਹੈ ਜਿਹੜੀਆਂ ਉਹ ਇੱਕੋ ਜਿਹੀਆਂ ਨੇ। ਦੋਨਾਂ ਦੇ ਮਨ ਦੇ ਵਿੱਚ ਇਹ ਗੱਲ ਹੈ ਕਿ ਰਿਸ਼ਤੇ ਹੈ ਜਿਹੜੇ ਉਹ ਕਦੋਂ ਦੇ ਖਤਮ ਹੋਏ ਵੇ ਸੀ, ਹੁਣ ਦੁਬਾਰਾ ਰਿਸ਼ਤੇ ਹੈ ਜਿਹੜੇ ਉਹ ਫਿਰ ਸੁਰਜੀਤ ਹੋ ਰਹੇ ਹੈ। ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੇਖਕ ਹੈ ਜਿਹੜਾ ਉਹ ਆਪਣੀ ਜਿਹੜੀ ਸਥਿਤੀ ਹੈ ਉਸ ਨੂੰ ਚੰਗੀ ਤਰ੍ਹਾਂ ਨਾਲ ਬਿਆਨ ਨਹੀਂ ਕਰ ਸਕਦਾ। ਉਹ ਕਹਿੰਦਾ ਇਸ ਪਰਿਸਥਿਤੀ ਨੇ ਮੈਨੂੰ ਇੰਨਾ ਬੁੰਦਲਾਤਾ ਸੀ ਕਿ ਮੈਨੂੰ ਰੋਣਾ ਵੀ ਨਹੀਂ ਸੀ ਆਉਂਦਾ, ਸਿਰਫ ਅਸੀਂ ਇੱਕ ਦੂਸਰੇ ਦੇ ਦਿਲ ਦੀਆਂ ਧੜਕਣਾਂ ਹੀ ਮਹਿਸੂਸ ਕਰ ਰਹੇ ਸੀ। ਤਾਂ ਇੱਥੇ ਉਹ ਕਹਿੰਦਾ ਮੈਂ ਉਹ ਤੋਂ ਪੁੱਛਦਾ ਕਿ ਮੇਰਾ ਘਰ ਹੈ ਜਿਹੜਾ ਉਹ ਕਿੱਥੇ ਹੈ। ਤਾਂ ਉਹ ਵਿਅਕਤੀ ਹੈ ਜਿਹੜਾ ਉਹ ਗੋਲ ਮੋਲ ਜਿਹੀ ਜਵਾਬ ਦੇ ਦਿੰਦਾ ਹੈ, ਕਿਉਂਕਿ ਇੰਨੇ ਸਮੇਂ ਬਾਅਦ ਉਹਨੂੰ ਯਾਦ ਹੀ ਨਹੀਂ ਸੀ ਆਉਂਦਾ ਕਿ ਕਿਹੜਾ ਘਰ ਕਿੱਥੇ ਹੋਊਗਾ। ਸਮਾਂ ਬਹੁਤ ਲੰਘ ਗਿਆ, ਪਰ ਲੇਖਕ ਦੇ ਮਨ ਦੇ ਵਿੱਚ ਆਪਣਾ ਘਰ ਲੱਭਣ ਦੀ ਜਾਂ ਉਸਦੀ ਯਾਦਾਸ਼ਤ ਇੰਨੀ ਤੇਜ਼ ਹੈ, ਉਹ ਸ਼ਕਤੀ ਇੰਨੀ ਜ਼ਿਆਦਾ ਹੈ, ਉਹਨੂੰ ਸ਼ੱਕ ਜਿਹਾ ਪੈਣ ਲੱਗ ਪਿਆ ਕਿ ਜਿਹੜੇ ਘਰ 'ਚ ਮੈਂ ਬੈਠਾ ਇਹ ਮੇਰਾ ਘਰ ਹੀ ਹੈ। ਇਹ ਇਸ ਚੌਧਰੀ ਸਾਹਿਬ ਨੇ ਢਾਹ ਕੇ ਜ਼ਮੀਨ ਹੈ ਜਿਹੜੀ ਉਹਨੂੰ ਨਾਲ ਰਲਾ ਲਿਆ ਤੇ ਉੱਥੇ ਨਵੇਂ ਕਮਰੇ ਹੈ ਜਿਹੜੇ ਉਹ ਪਾ ਲਏ। ਘਰ ਦੇ ਮੂਹਰੇ ਟਿੱਬਾ ਦੇਖ ਕੇ ਉਹ ਕਹਿੰਦਾ ਮੈਨੂੰ ਹੋਰ ਵੀ ਮੇਰਾ ਸ਼ੱਕ ਹੈ ਜਿਹੜਾ ਉਹ ਜ਼ਿਆਦਾ ਪੱਕਾ ਹੋ ਗਿਆ। ਮੈਂ ਉੱਥੇ ਹੀ ਬੈਠਾ ਰਹਿਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਆਪਣੇ ਘਰ ਹੀ ਬੈਠਾ ਹਾਂ। ਪਰ ਵਾਰ-ਵਾਰ ਮੇਰੇ ਸਾਥੀ ਹੈ ਜਿਹੜੇ ਉਹ ਮੈਨੂੰ ਕਹਿ ਰਹੇ ਸੀ ਕਿ ਇੱਥੇ ਬੈਠ ਕੇ ਕਿਉਂ ਸਮਾਂ ਆਪਣਾ ਖਰਾਬ ਕਰ ਰਹੇ ਹੋ, ਆਪਾਂ ਨੂੰ ਇੰਨਾ ਥੋੜਾ ਸਮਾਂ ਮਿਲਿਆ, ਤੁਸੀਂ ਉੱਠੋ, ਬਾਹਰ ਘੁੰਮੋ, ਦੇਖੋ, ਆਪਣਾ ਘਰ ਲੱਭੋ, ਤੁਸੀਂ ਆਪਣਾ ਘਰ ਦੇਖਣ ਤਾਂ ਆਏ ਹੋ। ਕਹਿੰਦਾ ਇੱਕ ਦੋ ਵਾਰ ਤਾਂ ਮੈਂ ਉਹਨਾਂ ਨੂੰ ਰੋਕਿਆ, ਪਰ ਉਹ ਇਸ ਤਰ੍ਹਾਂ ਨਾਲ ਮੈਨੂੰ ਵਾਰ-ਵਾਰ ਕਹਿ ਰਹੇ ਸੀ ਕਿ ਮੈਂ ਉਹ ਚੌਧਰੀ ਦੇ ਸਾਹਮਣੇ ਉਹਨਾਂ ਨੂੰ ਕੋਈ ਹੋਰ ਜਵਾਬ ਵੀ ਨਹੀਂ ਸੀ ਦੇ ਸਕਦਾ, ਕਿਉਂਕਿ ਮੈਨੂੰ ਤਾਂ ਉਸੇ ਘਰ ਦੇ ਨਾਲ ਮੋਹ ਸੀ ਤੇ ਮੈਨੂੰ ਕੁਝ ਸ਼ੱਕ ਵੀ ਸੀ ਕਿ ਇਹੀ ਮੇਰਾ ਘਰ ਹੈ, ਮੈਂ ਉੱਥੋਂ ਉੱਠਣਾ ਨਹੀਂ ਸੀ ਚਾਹੁੰਦਾ। ਉੱਥੇ ਉਹ ਕਹਿੰਦਾ ਦੋਸਤ ਮੁਹੰਮਦ ਹੈ ਜਿਹੜਾ, ਉਸ ਨੂੰ ਵੀ ਉਹਨੇ ਚੌਧਰੀ ਨੇ ਬੁਲਾ ਲਿਆ, ਕਿਉਂਕਿ ਇਹ ਦੋਸਤ ਮੁਹੰਮਦ ਹੈ ਜਿਹੜਾ ਉਹ ਅਨੇਕਾਂ ਵਰ੍ਹੇ ਇਸ ਰਾਜਸਾਨੀ ਦੀ ਦੇਖਭਾਲ ਕਰਦਾ ਰਿਹਾ ਸੀਗਾ। ਉਸ ਸਮੇਂ ਉਹ ਉਹਦੇ ਲੜਕੇ ਨਾਲ, ਉਹ ਕਹਿੰਦਾ ਲੇਖਕ ਦੱਸਦਾ ਹੈ ਵੀ ਮੇਰੀ ਭੂਆ ਦੀ ਧੀ ਵਿਆਹੀ ਹੋਈ ਸੀ, ਭਾਵੇਂ ਵੀ ਰਿਸ਼ਤੇਦਾਰ ਸੀ, ਰਿਸ਼ਤੇਦਾਰ ਹੋਣ ਕਰਕੇ ਆਸੇ ਪਾਸਿਓਂ ਉਸ ਨੂੰ ਵੀ ਬੁਲਾ ਲਿਆ ਜਾਂਦਾ ਹੈ। ਦੋਸਤ ਮੁਹੰਮਦ ਨੂੰ ਵੀ ਉਹ ਕਹਿੰਦਾ ਸਾਡਾ ਘਰ ਹੈ ਜਿਹੜਾ ਉਹ ਭੁੱਲ ਭੁਲਾ ਗਿਆ ਸੀਗਾ। ਹੁਣ ਸਥਿਤੀ ਬੜੀ ਅਜੀਬ ਬਣੀ ਹੋਈ ਸੀ ਕਿਉਂਕਿ ਗੁਲਾਮ ਮੁਹੰਮਦ ਹੈ ਜਿਹੜਾ ਉਹ ਲਗਾਤਾਰ ਨੀਵੀਂ ਪਾਈ ਰੋਈ ਜਾਂਦਾ ਸੀ। ਉਧਰ ਬੁੱਢਾ ਦੋਸਤ ਮੁਹੰਮਦ ਹੈ ਜਿਹੜਾ, ਉਹਦੀਆਂ ਅੱਖਾਂ ਵਿੱਚੋਂ ਵੀ ਗੰਗਾ ਜਮਨਾ ਵਹਿ ਰਹੀ ਸੀ। ਤਾਂ ਮੈਂ ਵੀ ਕੁਝ ਬੋਲਣਾ ਨਹੀਂ ਸੀ ਚਾਹੁੰਦਾ। ਮੇਰਾ ਜਿਹੜਾ ਸਾਥੀ ਜਿਹਦਾ ਨਾਂ ਸਿਕੰਦਰ ਹੈ ਉਹ ਬਾਰ-ਬਾਰ ਮੈਨੂੰ ਕਹਿੰਦਾ ਹੈ ਕਿ ਤੁਸੀਂ ਉੱਠੋ, ਉੱਠ ਕੇ ਆਪਣਾ ਘਰ ਲੱਭੋ। ਕਹਿੰਦਾ ਉਹਦੇ ਵਾਰ-ਵਾਰ ਕਹਿਣ ਕਰਕੇ ਮੈਂ ਬਾਹਰ ਆ ਗਿਆ, ਗਲੀ ਵਿੱਚ ਦੇਖਿਆ। ਇਹ ਗਲੀ ਜਦੋਂ ਮੈਂ ਖੇਡਦਾ ਹੁੰਦਾ ਸੀ ਇੰਨੀ ਜ਼ਿਆਦਾ ਚੌੜੀ ਹੁੰਦੀ ਸੀ, ਪਰ ਹੁਣ ਇੱਕਦਮ ਹੀ ਭੀੜੀ ਜਿਹੀ ਹੋ ਗਈ ਸੀ। ਜਦੋਂ ਮੈਂ ਇਹਦਾ ਚੱਕਰ ਮਾਰਨ ਲਈ ਗਿਆ ਤਾਂ ਇੱਕ ਘਰ ਦੇ ਵਿਹੜੇ ਦੇ ਉੱਤੇ ਮੇਰੀ ਨਜ਼ਰ ਪਈ। ਮੈਂ ਉੱਥੇ ਹੀ ਖੜ ਗਿਆ। ਮੈਨੂੰ ਪਤਾ ਲੱਗ ਗਿਆ ਕਿ ਇੱਥੇ ਮੈਂ ਖੇਡਦਾ ਹੁੰਦਾ ਸੀ। ਇਹਦੇ ਮੈਂ ਕੋਠੇ ਤੇ ਵੀ ਬਹੁਤ ਵਾਰ ਚੜ੍ਹਿਆ ਸੀ। ਉੱਥੇ ਇੱਕ ਵਿਅਕਤੀ ਸੀ ਜਿਹਦੇ ਤੋਂ ਸਿਕੰਦਰ ਹੈ ਜਿਹੜਾ ਉਹ ਇਜਾਜ਼ਤ ਲੈ ਲੈਂਦਾ ਕਿ ਅਸੀਂ ਤੁਹਾਡੇ ਕੋਠੇ ਤੇ ਜਾ ਕੇ ਦੇਖ ਲਈਏ, ਪਰ ਲੇਖਕ ਨਹੀਂ ਚਾਹੁੰਦਾ। ਉਹਨੂੰ ਪਤਾ ਹੈ ਕਿ ਅੱਗੇ ਉਹਦੀ ਸਥਿਤੀ, ਮਾਨਸਿਕ ਸਥਿਤੀ ਹੈ ਜਿਹੜੀ ਉਹ ਡਾਵਾਂਡੋਲ ਹੁੰਦੀ ਜਾਣੀ ਹੈ। ਪਰ ਸਿਕੰਦਰ ਦੇ ਵਾਰ-ਵਾਰ ਕਹਿਣ ਤੇ ਉਹ ਅਗਾਂਹ ਚਲਾ ਜਾਂਦਾ ਹੈ, ਕੋਠੇ ਤੇ ਚੜ੍ਹ ਜਾਂਦਾ ਹੈ। ਕੋਠੇ ਦੀਆਂ ਪੌੜੀਆਂ ਚੜ੍ਹਦਾ ਹੋਇਆ ਉਹ ਕਹਿੰਦਾ ਜਦੋਂ ਮੈਂ ਉੱਥੇ ਪੈਰ ਰੱਖ ਰਿਹਾ ਸੀ ਪੌੜੀਆਂ ਤੇ ਤਾਂ ਮੈਨੂੰ ਇੰਨਾ ਜ਼ਿਆਦਾ ਸਵਾਦ ਮਿਲਿਆ, ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਮੈਂ ਆਪਣੇ ਘਰ ਦੇ ਨੇੜੇ ਤੇੜੇ, ਘਰ ਦੇ ਆਸੇ-ਪਾਸੇ ਤੁਰਿਆ ਫਿਰਦਾ ਹੋਵਾਂ। ਕੋਠੇ ਤੇ ਪਹੁੰਚ ਕੇ ਉਹ ਕਹਿੰਦਾ ਸਾਹਮਣੇ ਮੈਨੂੰ ਆਪਣਾ ਘਰ ਦਾ ਉੱਪਰਲਾ ਸਿਰਾ ਜਿਹੜਾ ਉਹ ਦਿਖਾਈ ਦੇ ਗਿਆ।
ਸਾਹਮਣੇ ਸੱਜੇ ਪਾਸੇ ਮੈਨੂੰ ਪਹਿਚਾਣ ਆ ਗਈ ਕਿ ਉਹੀ ਸਾਡੇ ਘਰ ਦੀ ਰਸੋਈ ਹੈ। ਫਿਰ ਉਹ ਕਹਿੰਦਾ ਮੈਂ ਆਪਣੀਆਂ ਭਾਵਨਾਵਾਂ ਰੋਕ ਨਹੀਂ ਰੱਖ ਸਕਿਆ। ਮੈਂ ਉੱਚੀ ਉੱਚੀ ਚੀਕ ਉੱਠਿਆ ਕਿ ਉਹ ਮੇਰਾ ਘਰ ਹੈ, ਉਸ ਕਮਰੇ 'ਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ, ਉਹ ਸਾਡੀ ਰਸੋਈ ਹੈ। ਬਸ ਇੰਨਾ ਕਹਿਣ ਤੋਂ ਬਾਅਦ ਇਹ ਬਲਰਾਜ ਸਾਹਨੀ ਹੈ ਜਿਹੜਾ ਉਹ ਕਹਿੰਦਾ ਪਤਾ ਨਹੀਂ ਮੇਰੇ ਅੰਦਰ ਕੀ ਜਵਾਲਾਮੁਖੀ ਫੁੱਟਿਆ ਕਿ ਮੈਂ ਰੋਂਦਾ ਰਿਹਾ। ਉੱਥੇ ਫਰਸ਼ ਤੇ ਹੀ ਢੇਰ ਹੋ ਗਿਆ। ਸਾਰੇ ਲੋਕ ਮੈਨੂੰ ਦਿਲਾਸਾ ਦਿੰਦੇ ਰਹੇ। ਸਾਰਿਆਂ ਨੂੰ ਲੱਗਦਾ ਸੀਗਾ ਕਿ ਮੈਂ ਜਿਹੜਾ ਉਹ ਇਸ ਗੱਲੋਂ ਉਦਾਸ ਹੈ, ਇਸ ਗੱਲੋਂ ਰੋ ਰਿਹਾ ਕਿ ਮੇਰਾ ਘਰ ਹੈ ਜਿਹੜਾ ਉੱਤੇ ਦੂਸਰੇ ਲੋਕਾਂ ਨੇ ਕਬਜ਼ਾ ਕਰ ਲਿਆ। ਕਹਿੰਦਾ ਪਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਛੱਡ ਦਿਓ, ਮੈਂ ਘਰ ਨੂੰ ਵੇਖ ਕੇ ਨਹੀਂ ਰੋ ਰਿਹਾ, ਮੈਨੂੰ ਤਾਂ ਮੇਰੀ ਭੈਣ ਯਾਦ ਆ ਗਈ ਜਿਹੜੀ ਮਰ ਚੁੱਕੀ ਹੈ। ਤਾਂ ਉੱਥੇ ਲੇਖਕ ਹੈ ਜਿਹੜਾ ਉਹ ਉੱਚੀ ਉੱਚੀ ਰੋਣ ਲੱਗ ਪਿਆ ਕਿ ਰੱਬਾ ਮੇਰੀ ਭੈਣ ਮੈਨੂੰ ਮੋੜ ਦੇ, ਮੇਰੀ ਭੈਣ ਮੈਨੂੰ ਮੋੜ ਦੇ। ਬਲਰਾਜ ਸਾਹਨੀ ਕਹਿੰਦਾ ਮੈਨੂੰ ਸ਼ਰਮ ਵੀ ਬਹੁਤ ਆ ਰਹੀ ਸੀ ਕਿ ਮੇਰੀ ਉਮਰ ਕਿੰਨੀ ਸੀ ਤੇ ਮੈਂ ਕਿਸ ਤਰ੍ਹਾਂ ਨਾਲ ਵਿਵਹਾਰ ਕਰ ਰਿਹਾ ਸੀ, ਕਿਉਂ ਇੰਨਾ ਰੋ ਰਿਹਾ ਸੀ ਇੰਨੇ ਓਪਰੇ ਲੋਕਾਂ ਦੇ ਅੱਗੇ, ਓਪਰੇ ਦੇਸ਼ ਦੇ ਵਿੱਚ, ਓਪਰੀ ਥਾਂ ਤੇ। ਪਰ ਉਹ ਕਹਿੰਦਾ ਮੈਂ ਆਪਣੇ ਆਪ ਤੇ ਕੋਈ ਕਾਬੂ ਨਹੀਂ ਰੱਖ ਸਕਿਆ ਕਿਉਂਕਿ ਉਸ ਸਮੇਂ ਸਾਹਮਣੇ ਮੈਨੂੰ ਮੇਰਾ ਘਰ ਦਿਖਾਈ ਦੇ ਰਿਹਾ ਸੀ। ਤਾਂ ਇਹ ਬੇਟਾ ਬਹੁਤ ਹੀ ਭਾਵਨਾਤਮਕ ਲੇਖ ਹੈ ਬਲਰਾਜ ਸਾਹਨੀ ਦਾ ਲਿਖਿਆ ਹੋਇਆ। ਤਾਂ ਇਹਦਾ ਅਭਿਆਸ ਹੁਣ ਤੁਸੀਂ ਆਪਣੇ ਆਪ ਹੀ ਹੱਲ ਕਰ ਸਕਦੇ ਹੋ।